ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵ ਅੱਗਿਆ ਪਰਮੇਸ਼ਰ ਹੈ। ਤੂੰ ਆਪਣੇ ਬੱਚਿਆਂ ਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ। ਹਮੇਸ਼ਾ ਉਹਨਾਂ ਨਾਲ ਵਫਾਦਾਰ ਰਹਿੰਦਾ। ਆਪਣੀ ਭਲਾਈ ਉਹਨਾਂ ਦੇ ਜੀਵਨ ਦੇ ਵਿੱਚ ਨਿੱਤ ਪ੍ਰਤੀ ਦਿਨ ਕਰਦਾ ਹੈ, ਕਿਉਂਕਿ ਆਪ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੁਹਾਨੂੰ ਨਾ ਕਦੇ ਛੱਡਾਂਗਾ, ਨਾ ਕਦੇ ਤਿਆਗਾਂਗਾ। ਮੈਂ ਤੁਹਾਡਾ ਪਰਮੇਸ਼ਰ ਯਹੋਵਾ ਹਾਂ। ਸੱਚਮੁੱਚ ਪਰਮੇਸ਼ਰ, ਤੇਰੇ ਇਹਨਾਂ ਵਚਨਾਂ ਅਤੇ ਵਾਅਦਿਆਂ ਦੇ ਲਈ ਅਸੀਂ ਤੇਰੇ ਧੰਨਵਾਦੀ ਹਾਂ। ਅੱਜ ਦੇ ਵਚਨ ਨੂੰ ਜਦੋਂ ਅਸੀਂ ਪੜ੍ਹਨ ਜਾ ਰਹੇ ਹਾਂ, ਪਰਮੇਸ਼ਰ ਪਿਤਾ, ਇਸ ਦੇ ਉੱਤੇ ਤੇਰੀ ਕਿਰਪਾ ਦਾ ਹੱਥ ਸਾਡੇ ਸਾਰਿਆਂ ਦੇ ਉੱਤੇ ਹੋਵੇ। ਇਸ ਵਚਨ ਨੂੰ ਸਮਝਣ ਅਤੇ ਸੁਣਨ ਅਤੇ ਸਿੱਖਣ ਦੇ ਵਿੱਚ ਸਾਡੀ ਮਦਦ ਕਰੀ, ਜਿਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਤੇਰੀ ਆਤਮਿਕ ਉੱਨਤੀ ਹੋ ਸਕੇ ਅਤੇ ਪਰਮੇਸ਼ਰ ਤਾਂ ਸਾਡਾ ਵਿਸ਼ਵਾਸ ਤੇਰੀ ਆਮਦ ਦੇ ਵਿੱਚ, ਤੇਰੀ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦਾ ਹੋਇਆ ਤੇਰੇ ਵੱਲ ਵੱਧਦਾ ਜਾਏ, ਔਰ ਜਦੋਂ ਤੂੰ ਆਵੇਂ ਤਾਂ ਅਸੀਂ ਤੇਰੇ ਨਾਲ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਪਲ ਦੇ ਲਈ ਸੁਣਨ ਵਾਲੇ ਨੂੰ ਅਤੇ ਪਰਮੇਸ਼ਰ ਪਿਤਾ ਵਚਨ ਦੇ ਵਿੱਚ ਸ਼ਾਮਲ ਹੋਣ ਵਾਲੇ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਹੈ 37:4। ਇੱਥੇ ਲਿਖਿਆ ਹੋਇਆ ਹੈ, ਤੂੰ ਯਹੋਵਾ ਉੱਤੇ ਨਿਹਾਲ ਰਹਿ ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਪਰਮੇਸ਼ਰ ਦੀ ਖੁਸ਼ੀ ਨੂੰ ਵੇਖਣਾ। ਇੱਥੇ ਜੋ ਭਜਨਕਾਰ ਹੈ ਦਾਊਦ, ਉਹ ਕਹਿ ਰਿਹਾ ਹੈ, ਤੂੰ ਯਹੋਵਾ ਉੱਤੇ ਨਿਹਾਲ ਰਹੇ। ਇਸ ਦਾ ਅਰਥ ਹੈ ਕਿ ਪਰਮੇਸ਼ਰ ਦੇ ਨਾਲ ਸੰਬੰਧ ਦੇ ਵਿੱਚ ਆਪਣਾ ਵੱਡਾ ਆਨੰਦ ਅਤੇ ਸੰਤੁਸ਼ਟੀ ਨੂੰ ਪ੍ਰਾਪਤ ਕਰ। ਉਹ ਜਿਹੜੇ ਯਹੋਵਾ ਦੇ ਉੱਤੇ ਨਿਹਾਲ ਰਹਿੰਦੇ ਹਨ, ਉਹ ਪਰਮੇਸ਼ਰ ਦੇ ਨਾਲ ਨੇੜਤਾ ਦਾ ਆਨੰਦ ਮਾਣਦੇ ਹਨ ਅਤੇ ਉਹ ਪਰਮੇਸ਼ਰ ਦੇ ਵਚਨ ਦੀ ਸੱਚਾਈ ਦੇ ਅਨੁਸਾਰ ਰਹਿਣ ਦੇ ਵਿੱਚ ਵੱਡੇ ਖੁਸ਼ ਹੁੰਦੇ ਹਨ। ਅਸੀਂ ਇਸ ਨੂੰ ਆਯੂਬ ਦੀ ਪੁਸਤਕ ਉਸ ਦਾ 22 ਤੋਂ 26 ਦੇ ਵਿੱਚ ਇਸ ਨੂੰ ਵੇਖ ਸਕਦੇ ਹਾਂ, ਜਿੱਥੇ ਆਯੂਬ ਆਪਣੇ ਜੀਵਨ ਦੇ ਉਹਨਾਂ ਪਲਾਂ ਦੇ ਵਿੱਚ, ਜਦੋਂ ਉਹ ਦੁੱਖ ਦੇ ਵਿੱਚ ਸੀ, ਸੰਤਾਪ ਦੇ ਵਿੱਚ ਸੀ, ਔਰ ਉਹ ਅਲਿਫਾਜ਼ ਆਯੂਬ ਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਉਸ ਸਮੇਂ 22:26 ਵਿੱਚ ਉਹ ਕਹਿੰਦਾ ਹੈ, ਇੱਥੇ ਲਿਖਿਆ ਹੈ, ਤਦ ਤਾਂ ਤੂੰ ਸਰਵ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ ਅਤੇ ਆਪਣਾ ਮੂੰਹ ਪਰਮੇਸ਼ਰ ਵੱਲ ਚੁੱਕੇਂਗਾ। ਇਸੇ ਨਾਲ 27:10 ਵੀ ਮੈਂ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ ਕਿ ਉਹ ਸਰਵ ਸ਼ਕਤੀਮਾਨ ਵਿੱਚ ਮਗਨ ਰਹੇਗਾ ਅਤੇ ਹਰ ਵੇਲੇ ਪਰਮੇਸ਼ਰ ਨੂੰ ਪੁਕਾਰੇਗਾ। ਔਰ ਜਦੋਂ ਅਸੀਂ ਯਸ਼ਾਇਆ 58:14 ਵਿੱਚ, ਜਦੋਂ ਉਹ ਸੱਚੇ ਵਰਤ ਦੇ ਬਾਰੇ ਗੱਲ ਕਰਦਾ ਹੈ, ਸੱਚਾ ਵਰਤ, ਕਈ ਝੂਠਾ ਵਰਤ ਰੱਖਦੇ ਆ, ਦਿਖਾਉਣ ਦੇ ਲਈ ਰੱਖਦੇ ਆ, ਪਰ ਜਿਹੜੇ ਪਰਮੇਸ਼ਰ ਲਈ ਰੱਖਦੇ ਆ ਜਾਂ ਪਰਮੇਸ਼ਰ ਲਈ ਪ੍ਰਾਰਥਨਾ ਕਰਦੇ ਆ, ਪਰਮੇਸ਼ਰ ਦੇ ਵਿੱਚ ਹੋ ਕੇ ਭਲਾਈ ਦਾ ਕਾਰਜ ਕਰਦੇ ਆ, ਉਹ ਪਰਮੇਸ਼ਰ ਦੀ ਖੁਸ਼ੀ ਨੂੰ ਅਤੇ ਪਰਮੇਸ਼ਰ ਦੇ ਆਨੰਦ ਨੂੰ ਵੇਖਦੇ ਆ। ਇੱਥੇ 14 ਦੇ ਵਿੱਚ ਕਹਿੰਦਾ, ਤਦ ਤੂੰ ਯਹੋਵਾ ਵਿੱਚ ਮਗਨ ਰਹੇਗਾ ਅਤੇ ਮੈਂ ਤੈਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ। ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਵੇਖਾਵਾਂਗਾ, ਕਿਉਂ ਜੋ ਇਹ ਯਹੋਵਾ ਦਾ ਮੁੱਖ ਵਾਕ ਹੈ। ਔਰ ਇਹ ਸੱਚਾਈ ਮੇਰੇ ਅਤੇ ਆਪ ਦੇ ਜੀਵਨ ਵਿੱਚ ਹੋਣੀ ਜ਼ਰੂਰੀ ਹੈ। ਇਸ ਤਰ੍ਹਾਂ ਦੇ ਲੋਕ ਉਹ ਚਾਹੁੰਦੇ ਹਨ ਜੋ ਪਰਮੇਸ਼ਰ ਚਾਹੁੰਦਾ ਹੈ, ਇਸ ਲਈ ਉਹ ਉਹਨਾਂ ਨੂੰ ਉਹਨਾਂ ਦੇ ਮਨਾਂ ਦੀਆਂ ਇੱਛਾਵਾਂ ਦੇ ਅਨੁਸਾਰ ਦਿੰਦਾ ਹੈ। ਨੰਬਰ 1, ਪਰਮੇਸ਼ਰ ਉਹਨਾਂ ਦੇ ਮਨਾਂ ਦੀਆਂ ਗਹਿਰੀਆਂ ਪੁਕਾਰਾਂ ਦਾ ਉੱਤਰ ਦੇਵੇਗਾ, ਜੇਕਰ ਉਹਨਾਂ ਦੀਆਂ ਇੱਛਾਵਾਂ ਉਸ ਦੀਆਂ ਇੱਛਾਵਾਂ ਅਤੇ ਮਕਸਦਾਂ ਦੇ ਅਨੁਸਾਰ ਹਨ। ਯਹੋਨਾ ਦੀ ਅੰਜੀਲ, ਜਦੋਂ ਅਸੀਂ ਉਸ ਦਾ 15:7 ਪੜ੍ਹਦੇ ਹਾਂ, ਜਿੱਥੇ ਪਰਮੇਸ਼ਰ
ਪ੍ਰਭੂ ਯਿਸੂ ਮਸੀਹ ਦੇ ਨਿਮਿਤ ਯਹੋਨਾ ਇਸ ਤਰ੍ਹਾਂ ਕਹਿੰਦਾ ਹੈ, ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋਵੇਗਾ। ਇਹ ਖੁਸ਼ੀ ਦੀ ਗੱਲ ਹੈ। ਪਰ ਮੇਰੇ ਵਿੱਚ ਪਰਮੇਸ਼ਰ ਦੇ ਵਚਨ ਅਤੇ ਉਸ ਦੀ ਇੱਛਾ ਦੇ ਅਨੁਸਾਰ ਚੱਲਣਾ ਹੋਵੇ ਤਾਂ ਪਰਮੇਸ਼ਰ ਆਪਣੇ ਮਕਸਦਾਂ ਨੂੰ ਮੇਰੇ ਜੀਵਨ ਵਿੱਚ ਪੂਰੇ ਕਰੇਗਾ ਅਤੇ ਮੈਂ ਉਸ ਦੀ ਖੁਸ਼ੀ ਨੂੰ ਵੇਖਾਂਗਾ। ਔਰ ਉਸ ਤੋਂ ਬਾਅਦ ਅਸੀਂ ਨੰਬਰ 2 ਦੇਖਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਆਨੰਦ ਹੁੰਦੇ ਹਾਂ ਅਤੇ ਸਾਡੇ ਲਈ ਉਸ ਦੇ ਮਕਸਦਾਂ ਦੇ ਉੱਤੇ ਵੱਡੇ ਆਨੰਦ ਹੁੰਦੇ ਹਾਂ ਤਾਂ ਪਰਮੇਸ਼ਰ ਆਪ ਸਾਡੇ ਮਨ ਦੇ ਵਿੱਚ ਸਹੀ ਇੱਛਾਵਾਂ ਨੂੰ ਪਾਉਂਦਾ ਹੈ, ਫਿਰ ਉਹ ਉਹਨਾਂ ਨੂੰ ਪੂਰਾ ਕਰਦਾ ਹੈ। ਜਿਵੇਂ ਅਸੀਂ ਇਸ ਨੂੰ ਫਿਲਿੱਪੀਆਂ ਦੀ ਪੁਸਤਕ ਉਸ ਦਾ 2 ਅਧਿਆਏ ਅਤੇ ਉਸ ਦੀ 13 ਆਇਤ ਵਿੱਚ ਵੇਖਦੇ ਹਾਂ, ਕਿਉਂ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ। ਇਹ ਗੱਲਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਮੇਰੇ ਅਤੇ ਆਪ ਦੇ ਲਈ ਸਾਫ਼ ਹਨ। ਜੇ ਅਸੀਂ ਪਰਮੇਸ਼ਰ ਦੀ ਖੁਸ਼ੀ ਨੂੰ ਵੇਖਣਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਦੀ ਖੁਸ਼ੀ ਮੇਰੇ ਜੀਵਨ ਵਿੱਚ ਆਵੇ, ਤਾਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਜੋ ਇੱਛਾਵਾਂ ਦੇ ਕੰਮ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਪੂਰੇ ਕਰੀਏ। ਕਈ ਲੋਕ ਮਸੀਹ ਦੇ ਵਿੱਚ ਹੋ ਕੇ ਸੰਸਾਰ ਦੀਆਂ ਇੱਛਾ ਨੂੰ ਆਪਣੇ ਜੀਵਨ ਵਿੱਚ ਪੂਰਾ ਕਰਦੇ ਅਤੇ ਉਹਨਾਂ ਦੀ ਭਾਲ ਦੇ ਵਿੱਚ ਰਹਿੰਦੇ ਆ ਅਤੇ ਉਹਨਾਂ ਦੇ ਕੋਲ ਉਹ ਖੁਸ਼ੀ ਆਉਂਦੀ ਨਹੀਂ ਅਤੇ ਨਾ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਅਤੇ ਉਹ ਉਸ ਸਮੇਂ ਪਰਮੇਸ਼ਰ ਨੂੰ ਕੋਸਦੇ ਅਤੇ ਕਹਿੰਦੇ ਆ, ਪਰਮੇਸ਼ਰ ਦੇ ਨਾਲ ਮੈਂ ਇੰਨਾ ਪਿਆਰ ਕਰਦਾ ਪਰ ਫਿਰ ਵੀ ਮੇਰੇ ਉੱਤੇ ਪਰਮੇਸ਼ਰ ਦੀ ਖੁਸ਼ੀ ਪ੍ਰਗਟ ਨਹੀਂ ਹੁੰਦੀ, ਕਿਉਂਕਿ ਉਹ ਖੁਸ਼ੀ ਤਾਂ ਸੰਸਾਰ ਦੇ ਲਈ ਅਤੇ ਆਪਣੇ ਜੀਵਨ ਦੇ ਲਈ ਆਪਣਿਆਂ ਲਈ ਦੇਖ ਰਿਹਾ। ਪਰ ਪਰਮੇਸ਼ਰ ਦੀ ਖੁਸ਼ੀ ਕੀ ਹੈ? ਜਦੋਂ ਅਸੀਂ ਪਰਮੇਸ਼ਰ ਦੇ ਰਾਜ ਦਾ ਕੰਮ ਕਰਦੇ ਹਾਂ, ਭਾਵ ਉਸ ਦੀ ਖੁਸ਼ਖਬਰੀ ਨੂੰ ਦੂਜਿਆਂ ਨੂੰ ਵੰਡਦੇ ਹਾਂ, ਭਾਵ ਦੂਸਰਿਆਂ ਦੇ ਵਿੱਚ ਅਸੀਂ ਪਰਮੇਸ਼ਰ ਦੀ ਖੁਸ਼ਖਬਰੀ ਦੇ ਨਾਲ ਭਲਾਈ ਨੂੰ ਪ੍ਰਗਟ ਕਰਦੇ ਹਾਂ ਅਤੇ ਉਸ ਨੂੰ ਜੀਵਨ ਦਾ ਰਾਹ ਦੱਸਦੇ ਹਾਂ, ਤਾਂ ਪਰਮੇਸ਼ਰ ਦੀ ਖੁਸ਼ੀ ਸਾਡੇ ਜੀਵਨ ਵਿੱਚ ਆਉਂਦੀ ਹੈ ਅਤੇ ਪਰਮੇਸ਼ਰ ਸਾਨੂੰ ਡਾਢਾ ਆਨੰਦ, ਉਹ ਸਦਾ ਦਾ ਆਨੰਦ ਦਿੰਦਾ ਹੈ ਜਿਹੜਾ ਸਾਡੇ ਤੋਂ ਖੋਇਆ ਨਹੀਂ ਜਾਵੇਗਾ। ਜਦੋਂ ਅਸੀਂ ਇਸ ਗੱਲ ਨੂੰ ਸਮਝਣਾ ਹੈ ਤਾਂ ਸਾਨੂੰ ਇਸ ਗੱਲ ਦੀ ਸੱਚਾਈ ਨੂੰ, ਗਹਿਰਾਈ ਨੂੰ ਸਮਝਣ ਦੇ ਲਈ ਮੈਂ ਇੱਕ ਗੱਲ ਆਪ ਦੇ ਨਾਲ, ਆਪਣੇ ਜੀਵਨ ਦੇ ਨਾਲ ਸਾਂਝੀ ਕਰਨਾ ਹੈ। ਜਦੋਂ ਮੈਂ ਨਵਾਂ ਜਨਮ ਪਾਇਆ ਅਤੇ ਉਸ ਸਮੇਂ ਮੈਨੂੰ ਬਹੁਤ ਖੁਸ਼ੀ ਹੋਈ। ਪਿਆਰੇ, ਜਦੋਂ ਮੈਂ ਇਸ ਗੱਲ ਨੂੰ ਪਰਮੇਸ਼ਰ ਦੇ ਅੱਗੇ, ਜਦੋਂ ਮੈਂ ਕਮਰੇ ਵਿੱਚ ਪਿਆ ਹੋਇਆ ਸਾਂ ਅਤੇ ਮੈਂ ਇੱਕ ਬਹੁਤ ਵੱਡੇ ਦੁੱਖ ਅਤੇ ਬਹੁਤ ਵੱਡੇ ਸੰਤਾਪ ਤੋਂ ਨਿਕਲਿਆ ਸਾਂ, ਕਿਉਂਕਿ ਮੈਂ ਬਹੁਤ ਬੁਰੀ ਤਰ੍ਹਾਂ ਨਾਲ ਦੁਸ਼ਟ ਦੇ ਜਾਲਾਂ ਦੇ ਵਿੱਚ ਜਕੜਿਆ ਹੋਇਆ ਸੀ। ਸੰਗਲਾਂ ਦੇ ਨਾਲ ਮੈਨੂੰ ਘਰ ਦੇ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਸੀ। ਜਦੋਂ ਪ੍ਰਭੂ ਯਿਸੂ ਮਸੀਹ ਦਾ ਵਚਨ ਮੇਰੇ ਕੋਲ ਆਇਆ ਔਰ ਉਸ ਵਚਨ ਨੂੰ ਜਦੋਂ ਮੈਂ ਆਪਣੇ ਜੀਵਨ ਵਿੱਚ ਸੱਚਮੁੱਚ ਐਕਸੈਪਟ, ਮਤਲਬ ਕਿ ਮੰਨ ਲਿਆ ਕਿ ਯਿਸੂ ਹੀ ਪ੍ਰਭੂ ਹੈ ਅਤੇ ਹੁਣ ਉਹ ਮੇਰਾ ਮੁਕਤੀ ਦਾਤਾ ਹੈ, ਉਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਉਹਦਾ ਹੈ। ਜਦੋਂ ਇਹ ਗੱਲ ਮੈਂ ਐਕਸੈਪਟ ਕੀਤੀ ਤਾਂ ਪਰਮੇਸ਼ਰ ਨੇ ਮੈਨੂੰ ਉਹ ਖੁਸ਼ੀ ਦਿੱਤੀ ਜਿਹੜੀ ਵਰਣਨ ਤੋਂ ਬਾਹਰ ਹੈ। ਅੱਜ ਵੀ ਜਦੋਂ ਮੈਂ ਉਸ ਗੱਲ ਨੂੰ ਰਿਮੈਂਬਰ ਕਰਦਾ, ਉਸ ਗੱਲ ਦੇ ਉੱਤੇ ਧਿਆਨ ਕਰਦਾ, ਤਾਂ ਮੈਂ ਆਪਣੇ ਆਪ ਨੂੰ ਪਰਮੇਸ਼ਰ ਪੁੱਤਰ ਦੇ ਵਿੱਚ ਅਤੇ ਪਰਮੇਸ਼ਰ ਵਿੱਚ ਬਹੁਤ ਜ਼ਿਆਦਾ ਸੁਭਾਗੀ ਮਨੁੱਖ ਸਮਝਦਾ ਹਾਂ, ਕਿਉਂਕਿ ਇਹ ਮੇਰੇ ਲਈ ਅਣਹੋਣਾ ਸੀ। ਉਹਨਾਂ ਬੰਧਨਾਂ ਤੋਂ ਛੁੱਟਣਾ ਮੇਰੇ ਲਈ ਅਣਹੋਣਾ ਸੀ, ਪਰ ਪਰਮੇਸ਼ਰ ਨੇ ਆਪਣੇ ਨਵੇਂ ਜਨਮ ਦੇ ਨਾਲ ਮੈਨੂੰ ਸੰਸਾਰ ਦੇ ਬੰਧਨ ਤੋਂ ਆਜ਼ਾਦ ਕਰਕੇ ਪਰਮੇਸ਼ਰ ਪੁੱਤਰ ਦੇ ਵਿੱਚ, ਸਵਰਗੀ ਰਾਜ ਦੇ ਵਿੱਚ ਇੱਕ ਆਪਣੀ ਸੰਤਾਨ ਬਣਾ ਕੇ, ਆਪਣਾ ਅਖਤਿਆਰ ਮੈਨੂੰ ਦੇ ਕੇ ਆਪਣੇ ਰਾਜ ਦੇ ਲਈ ਚੁਣ ਲਿਆ। ਕਿੰਨੀ ਵੱਡੀ ਅਤੇ ਕਿੰਨੀ ਖੁਸ਼ੀ ਦੀ ਗੱਲ ਹੈ। ਅੱਜ ਲੋਕ ਬੜੇ ਬੜੇ ਮਨਿਸਟਰਾਂ ਦੇ ਕੋਲ ਜਾਣ ਦੀ ਖੁਸ਼ੀ ਚਾਹੁੰਦੇ ਆ, ਬੜੇ ਬੜੇ ਅਹੁਦਿਆਂ ਦੀ ਖੁਸ਼ੀ ਚਾਹੁੰਦੇ ਆ। ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਬਣ ਜਾਈਏ ਨਵਾਂ ਜਨਮ ਲੈ ਕੇ। ਇਸ ਤੋਂ ਵੱਡੀ ਖੁਸ਼ੀ
ਹੋਰ ਕਿਹੜੀ ਹੋ ਸਕਦੀ ਹੈ। ਉਹ ਪਰਮੇਸ਼ਰ ਚਾਹੁੰਦਾ ਹੈ। ਉਹ ਜ਼ਬੂਰਕਾਰ ਵੀ ਇਹੀ ਕਹਿੰਦਾ, ਤੂੰ ਯਹੋਵਾ ਉੱਤੇ ਨਿਹਾਲ ਕਦੋਂ ਹੁੰਦੇ? ਜਦੋਂ ਮੈਂ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰਦਾ, ਫਿਰ ਨਿਹਾਲ ਹੈ, ਫਿਰ ਖੁਸ਼ੀ ਹੈ, ਫਿਰ ਪਰਮੇਸ਼ਰ ਦਾ ਆਨੰਦ ਮੇਰੇ ਜੀਵਨ ਦੇ ਵਿੱਚ ਹੈ। ਅਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਿਉਣ ਦੇ ਦੁਆਰਾ ਇਹ ਖੁਸ਼ੀ ਹੋਰ ਵੱਧਦੀ ਜਾਂਦੀ ਹੈ। ਪਰ ਖਾਣਾ ਪੀਣਾ, ਮਿੱਤਰਾਂ ਦੀ ਤਰੱਕੀ ਅਤੇ ਹੋਰ ਪਵਿੱਤਰ ਬਾਈਬਲ ਦਾ ਗਿਆਨ ਅਤੇ ਪ੍ਰਵੀਨ ਹੋਣ ਦੀਆਂ ਇੱਛਾਵਾਂ ਨਾਲ ਹਮੇਸ਼ਾ ਦੇ ਲਈ ਦੂਰ ਹੋ ਜਾਂਦੇ ਹਨ ਜਦੋਂ ਅਸੀਂ ਸੰਸਾਰ ਦੇ ਵਿੱਚ ਜਾਂਦੇ ਹਾਂ। ਅਤੇ ਸਿਰਫ ਯਹੋਵਾ ਹੀ ਅਤੇ ਪਰਮੇਸ਼ਰ ਹੀ ਮੈਨੂੰ ਖੁਸ਼ੀ ਦੇ ਸਕਦਾ ਹੈ। ਮੈਂ ਉਸ ਵਿੱਚ ਹੀ ਖੁਸ਼ੀ ਮਨਾ ਸਕਦਾ। ਇਹ ਖੁਸ਼ੀ ਜ਼ਿਆਦਾ ਮੇਰੇ ਜੀਵਨ ਵਿੱਚ ਮਜ਼ਬੂਤ ਹੁੰਦੀ ਹੈ ਅਤੇ ਮੈਨੂੰ ਉਸ ਦੇ ਵਿੱਚ ਜਾਣ ਦੇ ਲਈ ਮਜਬੂਰ ਕਰਦੀ ਹੈ। ਜਿਵੇਂ ਜਦੋਂ ਮੈਂ ਪਰਮੇਸ਼ਰ ਵਿੱਚ ਖੁਸ਼ੀ ਮਨਾਉਂਦਾ ਹਾਂ, ਤਦ ਵਾਸਤਵਿਕ ਖੁਸ਼ੀ ਜਦੋਂ ਵਸਤੂਆਂ ਨੂੰ ਨਾ ਦਿਓ ਤਾਂ ਇਸ ਤੋਂ ਜ਼ਿਆਦਾ ਪਰਮੇਸ਼ਰ ਦੀਆਂ ਸਾਰੀਆਂ ਗੱਲਾਂ ਨਹੀਂ ਦੇ ਸਕਦੀਆਂ। ਉਹ ਖੁਸ਼ੀ ਮੈਨੂੰ ਪਰਮੇਸ਼ਰ ਦਿੰਦਾ ਹੈ। ਜਿਹੜੇ ਲੋਕ ਪਹਾੜਾਂ ਦੀ ਸੁੰਦਰਤਾ ਦੇ ਵਿਖੇ ਵਿੱਚ ਜਾਣਦੇ ਹਨ, ਉਹ ਲੋਕ ਐਵਰੈਸਟ ਦੇ ਸਥਿਰ ਦੀ ਇੱਕ ਝਲਕ ਪਾਉਣ ਦੇ ਲਈ ਬਹੁਤ ਸਮਾਂ ਅਤੇ ਪੈਸੇ ਖਰਚ ਕਰਦੇ ਹਨ ਅਤੇ ਕੁਝ ਪਲਾਂ ਦੇ ਲਈ ਇਹ ਝਲਕ ਵੇਖਣ ਨੂੰ ਮਿਲੇ ਤਾਂ ਉਹਨਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੋਵੇਗੀ। ਕਿ ਸਾਡਾ ਪ੍ਰਭੂ ਲੱਖਾਂ ਵਿੱਚ ਸ਼ਿਰੋਮਣੀ ਅਤੇ ਚੰਗਾ ਨਹੀਂ ਹੈ? ਉਸ ਦੀ ਮਹਿਮਾ ਕਦੇ ਘੱਟ ਨਹੀਂ ਹੁੰਦੀ। ਸਾਨੂੰ ਉਸ ਦੀ ਮਹਿਮਾ ਨੂੰ ਜ਼ਿਆਦਾ ਤੋਂ ਜ਼ਿਆਦਾ ਵੇਖਣ ਦੀ ਇੱਛਾ ਰੱਖਣੀ ਚਾਹੀਦੀ ਹੈ, ਤਾਂ ਮੈਂ ਪ੍ਰਭੂ ਦੀ ਖੁਸ਼ੀ ਨੂੰ ਵੇਖਾਂਗਾ। ਮਤੀ 17 ਵਿੱਚ ਯਹੋਨਾ ਨੇ ਪ੍ਰਭੂ ਦੇ ਰੂਪਾਂਤਰ ਨੂੰ ਵੇਖਿਆ। ਇਹ ਇੱਕ ਅਨੋਖਾ ਅਨੁਭਵ ਸੀ। ਪਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਇਹੀ ਯਹੋਨਾ ਬਜ਼ੁਰਗੀ ਦੇ ਹਾਲਾਤ ਵਿੱਚ ਸੀ, ਤਦ ਇੱਥੇ ਪ੍ਰਭੂ ਦੇ ਜੀ ਉੱਠਣ ਦੀ ਮਹਿਮਾ ਅਤੇ ਖਾਸ ਮਹਾਪ੍ਰਤਾਪੀ ਪਰਮੇਸ਼ਵਰ ਨੂੰ ਵੇਖਦਾ ਹੈ। ਇਹ ਸਾਡੀ ਖੁਸ਼ੀ ਹੋਣੀ ਚਾਹੀਦੀ ਹੈ। ਸਾਨੂੰ ਜੋ ਉਹ ਦਿੰਦਾ ਹੈ ਉਸ ਦੇ ਲਈ ਨਹੀਂ, ਪਰ ਉਹ ਖੁਦ ਹੀ ਸਾਡੀ ਖੁਸ਼ੀ ਹੈ। ਸਾਡੀ ਚੰਗਾਈ ਜਾਂ ਪ੍ਰਾਰਥਨਾ ਦੇ ਲਈ ਨਹੀਂ, ਪਰ ਇਸ ਲਈ ਕਿ ਅਸੀਂ ਉਸ ਦੇ ਮਨੋਹਰ ਚਿਹਰਿਆਂ ਦੇ ਮਹਾਪ੍ਰਤਾਪੀ ਦੀ ਝਲਕ ਵੇਖੀ ਹੈ ਅਤੇ ਸਾਡਾ ਦਿਲ ਖੁਸ਼ੀ ਨਾਲ ਬਾਗ-ਬਾਗ ਹੋ ਜਾਂਦਾ ਹੈ। ਕਿ ਤੁਸੀਂ ਆਪਣੇ ਮਨ ਦੇ ਵਿੱਚ ਇਹ ਪ੍ਰਾਰਥਨਾ ਕਰਦੇ ਹੋ ਕਿ ਮੈਂ ਪ੍ਰਭੂ ਨੂੰ ਵੇਖਾਂ? ਮੈਂ ਇੱਕ ਪ੍ਰਭੂ ਦਾ ਗਾਣਾ ਹੈ, ਉਸ ਗਾਣੇ ਦੇ ਅੰਤਿਮ ਖੰਡ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਦੋਂ ਮੇਰਾ ਪ੍ਰਭੂ ਬੱਦਲਾਂ 'ਚ ਆਵੇਗਾ ਤਾਂ ਮੈਂ ਉਹਨੂੰ ਵੇਖਾਂਗਾ, ਰੂਬਰੂ ਦੇਖਾਂਗਾ ਤਾਂ ਮੈਂ ਆਨੰਦ ਨਾਲ ਭਰ ਜਾਵਾਂਗਾ, ਆਨੰਦ ਨਾਲ ਭਰ ਜਾਵਾਂਗਾ। ਕਿੰਨੀ ਵੱਡੀ ਗੱਲ ਹੈ, ਕਿੰਨਾ ਅਦਭੁਤ ਪਰਮੇਸ਼ਰ ਦਾ ਪ੍ਰੇਮ ਹੈ। ਜਦੋਂ ਅਸੀਂ ਪਰਮੇਸ਼ਰ ਦੇ ਉਸ ਪ੍ਰੇਮ ਵਿੱਚ ਨਿਹਾਲ ਹੋ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਵਿੱਚ ਨਿਹਾਲ ਹੋ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀਆਂ ਗੱਲਾਂ ਵਿੱਚ ਨਿਹਾਲ ਹੋ ਜਾਂਦੇ ਹਾਂ, ਭਾਵ ਮਗਨ ਹੋ ਜਾਂਦੇ ਹਾਂ, ਤਾਂ ਪਰਮੇਸ਼ਰ ਆਪਣੀ ਸੱਚੀ ਖੁਸ਼ੀ ਅਤੇ ਸੱਚਾ ਆਨੰਦ ਮੇਰੇ ਜੀਵਨ ਵਿੱਚ ਦਿੰਦਾ ਹੈ। ਇਸ ਤੋਂ ਵੱਧ ਕੇ ਸੱਚਾ ਆਨੰਦ, ਇਸ ਤੋਂ ਵੱਧ ਕੇ ਸੱਚੀ ਖੁਸ਼ੀ ਹੋਰ ਕਿਤੇ ਵੀ ਨਹੀਂ ਹੈ। ਅਤੇ ਇਸ ਤੋਂ ਵੱਧ ਕੇ ਸੱਚੀ ਖੁਸ਼ੀ ਇਹ ਹੈ ਕਿ ਮੈਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਪੈਦਾ ਹੋ ਗਿਆ ਹਾਂ, ਜਿਸ ਵਿੱਚ ਮੈਨੂੰ ਸਵਰਗ ਦੇ ਵਿੱਚ ਜਾਣ ਦੀ ਦਲੇਰੀ ਹੈ, ਧਰਤੀ ਦੇ ਵਿੱਚ ਨਹੀਂ। ਪ੍ਰਭੂ ਮੈਨੂੰ ਬੱਦਲਾਂ 'ਤੇ ਲੈ ਕੇ ਜਾਏਗਾ, ਥੱਲੇ ਨਹੀਂ ਲੈ ਕੇ ਜਾਏਗਾ। ਉਸ ਦੇ ਲਈ ਮੇਰੀ ਜਾਨ ਦਿਨ ਪ੍ਰਤੀ ਦਿਨ ਉਡੀਕ ਕਰਦੀ ਹੋਈ ਇੱਕ ਇੱਕ ਦਿਨ ਕੱਟਦੀ ਹੈ। ਕੀ ਤੁਸੀਂ ਇਸ ਤਰ੍ਹਾਂ ਕਰ ਰਹੇ? ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਆਪਣੇ ਜੀਵਨ ਦੇ ਵਿੱਚ ਨਿਰਣੇ ਲਿਆ ਹੈ, ਹਾਂ ਪ੍ਰਭੂ ਮੈਂ ਇੱਕ ਇੱਕ ਧਰਤੀ ਦੇ ਵਿੱਚ ਜਿਹੜਾ ਦਿਨ ਕੱਟ ਰਿਹਾ ਹਾਂ ਉਹ ਤੇਰੇ ਆਉਣ ਦੀ ਖੁਸ਼ੀ ਵਿੱਚ ਕੱਟ ਰਿਹਾ ਹਾਂ। ਮੈਂ ਇੱਕ ਗੱਲ ਕਰਦਾ ਹਾਂ, ਜਦੋਂ ਕਿਸੇ ਦਾ ਵਿਆਹ ਹੁੰਦਾ ਹੈ, ਜਦੋਂ ਉਸ ਦੇ ਵਿਆਹ ਦੀ ਡੇਟ ਨੇੜੇ ਆਉਂਦੀ ਜਾਂਦੀ ਹੈ ਤਾਂ ਉਸ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਅੱਜ ਮੇਰਾ ਵਿਆਹ। ਜਦੋਂ ਵਿਆਹ ਆ ਜਾਂਦਾ ਤਾਂ ਡਾਢਾ ਆਨੰਦ ਹੁੰਦਾ ਹੈ।
ਕੀ ਅਸੀਂ ਇਸ ਤਰ੍ਹਾਂ ਪ੍ਰਭੂ ਦੇ ਲਈ, ਉਸ ਦੇ ਆਉਣ ਦੀ ਉਡੀਕ ਦੇ ਲਈ ਅਸੀਂ ਆਪਣੇ ਆਪ ਨੂੰ ਤਿਆਰ ਕੀਤਾ ਹੈ? ਕਿ ਉਸ ਦੇ ਲਈ ਤਿਆਰੀ ਜੇ ਮੇਰੇ ਕੋਲ ਨਹੀਂ ਹੈ, ਮੈਂ ਇਸ ਗੱਲ ਨੂੰ ਨਹੀਂ ਸਮਝਿਆ, ਜੇ ਮੈਂ ਚਾਹੁੰਦਾ ਹਾਂ ਕਿ ਮੈਂ ਪ੍ਰਭੂ ਨੂੰ ਮਿਲਾਂ, ਉਹ ਸਵਰਗ ਦੇ ਵਿੱਚ ਜਾਵਾਂ, ਤਾਂ ਪਿਆਰੇ ਅਜ਼ੀਜ਼, ਨਵਾਂ ਜਨਮ ਮੇਰੇ ਜੀਵਨ ਵਿੱਚ ਹੋਣਾ ਜ਼ਰੂਰੀ ਹੈ। ਔਰ ਨਵੇਂ ਜੀਵਨ ਤੋਂ ਬਾਅਦ ਹੀ ਮੈਂ ਪਰਮੇਸ਼ਰ ਦੇ ਜੀਵਨ ਦੇ ਨਾਲ ਨਿਹਾਲ ਹੁੰਦਾ ਹਾਂ, ਜਿਸ ਵਿੱਚ ਮੈਨੂੰ ਸਵਰਗ ਦੀ ਖੁਸ਼ੀ, ਸਵਰਗ ਦਾ ਆਨੰਦ ਵੇਖਣ ਦਾ ਪਰਮੇਸ਼ਰ ਮੈਨੂੰ ਆਪਣਾ ਜਲਾਲ ਦੇਵੇਗਾ, ਆਪਣਾ ਬਲ ਦੇਵੇਗਾ। ਔਰ ਉਹ ਜਲਾਲ ਉਦੋਂ ਹੋਵੇਗਾ ਜਦੋਂ ਪ੍ਰਭੂ ਦੀ ਤੁਰਹੀ ਫੂਕੀ ਜਾਵੇਗੀ ਅਤੇ ਮੈਂ ਬੱਦਲਾਂ 'ਤੇ ਉਠਾਇਆ ਜਾਵਾਂਗਾ। ਇਹ ਉਹ ਖੁਸ਼ੀ ਹੈ ਜਿਸ ਨੂੰ ਵੇਖਣ ਦੇ ਲਈ ਨਿੱਤ ਪ੍ਰਤੀ ਦਿਨ ਮੈਂ ਪ੍ਰਭੂ ਦੇ ਵਚਨ ਦੇ ਨਾਲ, ਪ੍ਰਭੂ ਦੇ ਜੀਵਨ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ। ਮੈਂ ਕਰ ਰਿਹਾ, ਤੁਸੀਂ ਵੀ ਕਰੋ। ਪ੍ਰਭੂ ਤੁਹਾਨੂੰ ਵੀ ਆਪਣੀ ਖੁਸ਼ੀ ਵਿਖਾਵੇਗਾ। ਪ੍ਰਭੂ ਆਪ ਨੂੰ ਆਪਣੇ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।